ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਆਨਲਾਈਨ ਕਲਾਸਰੂਮ ਦੇ ਉੱਤੇ ਸਵਾਗਤ ਕਰਦਾ ਹਾਂ। ਅੱਜ ਦੀ ਇਹ ਵੀਡੀਓ ਜੋ ਫਰੀडम ਮੂਵਮੈਂਟ ਹੋਈਆਂ ਸੀ ਉਹਨਾਂ ਨੂੰ ਮੈਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ। ਫਰੀडम ਮੂਵਮੈਂਟਸ ਦਾ ਇਹ ਪਹਿਲਾ ਭਾਗ ਮੈਂ ਅੱਜ ਤੁਹਾਨੂੰ ਕਰਵਾਉਣ ਜਾ ਰਿਹਾ, ਜਿਸ ਦੇ ਵਿੱਚ 20 ਕੁਐਸਚਨ ਨੇ। ਇਹਨਾਂ ਸਾਰੇ ਕੁਐਸਚਨਸ ਨੂੰ ਮੈਂ ਤੁਹਾਨੂੰ ਐਕਸਟਰਾ ਫੈਕਟਸ ਦੇ ਨਾਲ ਕਰਵਾਉਂਗਾ। ਤਾਂ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਬਿਲਕੁਲ ਦੇਖਣਾ ਤੇ ਸਾਡੇ ਆਨਲਾਈਨ ਕਲਾਸਰੂਮ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦੀ ਇਸ ਵੀਡੀਓ ਦਾ ਫਸਟ ਕੁਐਸਚਨ ਹੈ, ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਭਾਰਤ ਕਦੋਂ ਆਇਆ ਸੀ? ਵਾਸਕੋ ਡੀ ਗਾਮਾ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਉਹ ਕੌਣ ਸੀ, ਸਭ ਤੋਂ ਪਹਿਲਾਂ ਭਾਰਤ ਕਦੋਂ ਆਇਆ ਤੇ ਉਹਦਾ ਕੀ ਕੰਮਕਾਰ ਸੀ। ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਸੀ। ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਪੁਰਤਗਾਲੀ ਸੀ, ਜੋ ਕਿ ਇਸ ਦਾ ਰਾਈਟ ਆਨਸਰ ਆਊਗਾ ਡੀ ਆਪਸ਼ਨ। 1498 ਈਸਵੀ ਨੂੰ ਇੰਡੀਆ ਦੇ ਵਿੱਚ ਆਇਆ ਸੀ। ਪੂਰੀ ਡੇਟ ਵੀ ਨੋਟ ਕਰੋ, 20 ਮਈ 1498 ਈਸਵੀ ਨੂੰ ਭਾਰਤ ਆਇਆ ਸੀ। ਵਾਸਕੋ ਡੀ ਗਾਮਾ ਅਜਿਹਾ ਪਹਿਲਾ ਯੂਰਪੀਅਨ ਸੀ ਜਿਨੇ ਭਾਰਤ ਨੂੰ ਖੋਜਿਆ। ਅਸਲ ਦੇ ਵਿੱਚ ਉਹਨੇ ਭਾਰਤ ਨੂੰ ਨਹੀਂ ਖੋਜਿਆ, ਪਰ ਭਾਰਤ ਪਹੁੰਚਣ ਦਾ ਰਸਤਾ ਉਹਨੇ ਲੱਭ ਲਿਆ ਸੀ। ਉਹਨੇ ਇਹੋ ਜਿਹੇ ਰਸਤੇ ਦੀ ਖੋਜ ਕੀਤੀ ਜਿਹੜਾ ਯੂਰਪ ਨੂੰ ਏਸ਼ੀਆ ਦੇ ਨਾਲ ਜੋੜੇ, ਯੂਰਪ ਤੇ ਏਸ਼ੀਆ ਨੂੰ ਜੋੜੇ। ਉਹ ਸਮੁੰਦਰੀ ਰਸਤੇ ਦੇ ਥਰੂ ਭਾਰਤ ਦੇ ਵਿੱਚ ਆਇਆ ਸੀ। ਉਸ ਸਮੇਂ ਭਾਰਤ ਦੇ ਵਿੱਚ ਬਹੁਤ ਚੀਜ਼ਾਂ ਪ੍ਰਸਿੱਧ ਸੀਗੀਆਂ, ਇਸ ਕਰਕੇ ਉਹ ਇੱਕ ਵਪਾਰ ਦੇ ਲਈ ਭਾਰਤ ਦੇ ਵਿੱਚ ਆਇਆ ਸੀਗਾ। ਤਾਂ ਇਹਦਾ ਰਾਈਟ ਆਨਸਰ ਆ ਜਾਊਗਾ 1498 ਈਸਵੀ, 20 ਮਈ 1498। ਦੂਜਾ ਕੁਐਸਚਨ ਹੈ, ਬ੍ਰਿਟਿਸ਼ਾਂ ਵੱਲੋਂ ਆਪਣੀ ਸਭ ਤੋਂ ਪਹਿਲੀ ਵਪਾਰਕ ਪੋਸਟ ਕਿਸ ਸਥਾਨ 'ਤੇ ਸਥਾਪਿਤ ਕੀਤੀ ਗਈ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਵੈਰੀ ਇੰਪੋਰਟੈਂਟ ਲਿਖ ਲੈਣਾ ਤੁਸੀਂ, ਵੈਰੀ ਇੰਪੋਰਟੈਂਟ। ਸਭ ਤੋਂ ਪਹਿਲੀ ਵਪਾਰਕ ਪੋਸਟ ਜਿਹੜੀ ਸਥਾਪਿਤ ਕੀਤੀ ਗਈ ਸੀ ਉਹ ਹੈਗੀ ਸੀ ਸੂਰਤ ਦੇ ਵਿੱਚ। ਸੂਰਤ ਅੱਜ ਦੇ ਟਾਈਮ 'ਤੇ ਕਿੱਥੇ ਹੈ ਜੀ? ਗੁਜਰਾਤ ਦੇ ਵਿੱਚ। ਗੁਜਰਾਤ ਦੇ ਵਿੱਚ ਹੈ। ਇੱਥੇ ਸਭ ਤੋਂ ਪਹਿਲੀ ਆਪਣੀ ਵਪਾਰਕ ਪੋਸਟ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਟਾਈਮ 'ਤੇ ਜਿਹੜੇ ਟਾਈਮ 'ਤੇ ਵਾਸਕੋ ਡੀ ਗਾਮਾ ਆਇਆ 1498 ਈਸਵੀ ਨੂੰ, ਉਸ ਟਾਈਮ 'ਤੇ ਭਾਰਤ ਦਾ ਕੱਪੜਾ ਬਹੁਤ ਜ਼ਿਆਦਾ ਪ੍ਰਸਿੱਧ ਸੀ, ਮਸਾਲੇ ਬਹੁਤ ਜ਼ਿਆਦਾ ਪ੍ਰਸਿੱਧ ਸੀ। ਭਾਰਤ ਦੇ ਨਾਲ ਵਪਾਰ ਕਰਨ ਦੇ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਪੁਰਤਗਾਲੀ ਆਏ ਸੀਗੇ। ਇਸ ਕਰਕੇ ਪਹਿਲੀ ਫੈਕਟਰੀ ਬ੍ਰਿਟਿਸ਼ਾਂ ਵੱਲੋਂ ਜਦੋਂ ਉਹ ਆਏ ਤਾਂ ਉਹਨਾਂ ਨੇ ਸੂਰਤ ਦੇ ਵਿੱਚ ਆਪਣੀ ਵਪਾਰਕ ਪੋਸਟ ਸਥਾਪਿਤ ਕੀਤੀ। ਤੀਜਾ ਕੁਐਸਚਨ ਹੈ, ਵਾਸਕੋ ਡੀ ਗਾਮਾ ਭਾਰਤ ਦੇ ਕਿਸ ਪੋਰਟ 'ਤੇ ਪਹੁੰਚਿਆ ਸੀ? ਇਹ ਆਪਸ਼ਨ ਇਸ ਦਾ ਜਵਾਬ ਹੈ ਕਾਲੀਕਟ। ਜਦੋਂ ਵਾਸਕੋ ਡੀ ਗਾਮਾ ਭਾਰਤ ਆਇਆ 1498 ਨੂੰ, ਤਾਂ ਉਹ ਕਾਲੀਕਟ ਦਾ ਖੇਤਰੀ ਰਾਜਾ ਸੀ ਉੱਥੋਂ ਦਾ। ਜਮੇਰਿਨ ਕਾਲੀਕਟ ਦਾ ਖੇਤਰੀ ਰਾਜਾ ਸੀ। ਉਹਨੂੰ ਵਾਸਕੋ ਡੀ ਗਾਮਾ ਮਿਲਿਆ, ਉਹਦੇ ਨਾਲ ਉਹਨੇ ਵਪਾਰ ਦੇ ਸੰਬੰਧੀ ਗੱਲਬਾਤ ਕੀਤੀ। ਕਈ ਵਾਰ ਇਹ ਕੁਐਸਚਨ ਆ ਜਾਂਦਾ ਕਿ ਵਾਸਕੋ ਡੀ ਗਾਮਾ ਕਿੰਨੇ ਵਾਰੀ ਜਹਾਜ਼ ਦੁਆਰਾ ਭਾਰਤ ਆਇਆ? ਤਾਂ ਉਹ 3 ਵਾਰ ਜਹਾਜ਼ ਦੇ ਦੁਆਰਾ ਭਾਰਤ ਆਇਆ ਸੀ। ਪਹਿਲੀ ਵਾਰ ਕਦੋਂ ਆਇਆ ਸੀ? 1498 ਈਸਵੀ ਨੂੰ, 20 ਮਈ 1498 ਈਸਵੀ ਨੂੰ ਆਇਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਬ੍ਰਿਟਿਸ਼ਾਂ ਵੱਲੋਂ ਆਪਣੀ ਸਭ ਤੋਂ ਪਹਿਲੀ ਵਪਾਰਕ ਪੋਸਟ ਜੋ ਕਿ ਸੂਰਤ ਵਿੱਚ ਸਥਾਪਿਤ ਕੀਤੀ ਗਈ ਸੀ, ਉਹ ਕਦੋਂ ਕੀਤੀ ਗਈ ਸੀ? ਸਭ ਤੋਂ ਪਹਿਲੀ ਵਪਾਰਕ ਪੋਸਟ ਜੋ ਸਥਾਪਿਤ ਕੀਤੀ ਗਈ ਸੀ, ਉਸ ਦਾ ਜਵਾਬ ਆਊਗਾ 1613 ਈਸਵੀ ਨੂੰ, ਜਿਹੜੀ ਕਿ ਉਹਨਾਂ ਨੇ ਗੁਜਰਾਤ ਦੇ ਵਿੱਚ ਕੀਤੀ ਸੀ। ਸੂਰਤ ਗੁਜਰਾਤ ਦੇ ਵਿੱਚ ਪਹਿਲੀ ਵਪਾਰਕ ਪੋਸਟ। ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਵਾਂ, ਪਲਾਸੀ ਦੀ ਲੜਾਈ ਕਦੋਂ ਲੜੀ ਗਈ ਸੀ? ਪਲਾਸੀ ਦੀ ਲੜਾਈ, ਤਾਂ ਆਪਾਂ ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ। ਇਸ ਦਾ ਜਵਾਬ ਆਊਗਾ 1757 ਈਸਵੀ ਨੂੰ ਲੜੀ ਗਈ। 23 ਜੂਨ ਹੈ ਜੀ, ਜੂਨ ਦਾ ਮਹੀਨਾ। 23 ਜੂਨ 1757 ਈਸਵੀ ਨੂੰ ਪਲਾਸੀ ਦੀ ਲੜਾਈ ਲੜੀ ਗਈ ਸੀ। ਕਿਸ ਦੇ ਵਿਚਕਾਰ ਲੜੀ ਗਈ ਸੀ? ਇੱਕ ਪਾਸੇ ਈਸਟ ਇੰਡੀਆ ਕੰਪਨੀ ਸੀ, ਦੂਜੇ ਪਾਸੇ ਸਿਰਾਜੁਦੌਲਾ ਸੀ। ਤਾਂ ਮੈਂ ਤੁਹਾਨੂੰ ਇੱਥੇ ਨੋਟ ਕਰਵਾਉਣਾ, ਇੱਕ ਪਾਸੇ ਸੀ ਮੁਗਲਾਂ ਵਾਲੇ ਪਾਸੇ ਸਿਰਾਜ ਉਦ ਦੌਲਾ। ਅੰਗਰੇਜ਼ਾਂ ਦਾ
ਬ੍ਰਿਟਿਸ਼ ਫੌਜਾਂ ਦਾ ਜੋ ਅਗਵਾਈ ਵਾਲਾ ਪਰਸਨ ਸੀ ਉਹਦਾ ਨਾਮ ਸੀ ਰੋਬਰਟ ਕਲਾਈਵ। ਇਹ ਦੋਨੋਂ ਤੁਸੀਂ ਨੋਟ ਕਰਨੇ ਆ। ਪਲਾਸੀ ਦੀ ਲੜਾਈ ਦੇ ਵਿੱਚ ਬ੍ਰਿਟਿਸ਼ ਫੌਜਾਂ ਦਾ ਅਗਵਾਈ ਕਰਨ ਵਾਲਾ ਪਰਸਨ ਸੀ ਰੋਬਰਟ ਕਲਾਈਵ, ਅਤੇ ਮੁਗਲਾਂ ਵਾਲੇ ਪਾਸੇ ਸੀ ਸਿਰਾਜੁਦੌਲਾ, ਜਿਨ੍ਹਾਂ ਦੇ ਵਿਚਕਾਰ ਪਲਾਸੀ ਦੀ ਲੜਾਈ ਹੋਈ 23 ਜੂਨ 1757 ਈਸਵੀ ਨੂੰ। ਇਸ ਲੜਾਈ ਦੇ ਵਿੱਚ ਕੌਣ ਹਾਰਿਆ ਸੀ? ਸਿਰਾਜੁਦੌਲਾ ਇਸ ਲੜਾਈ ਦੇ ਵਿੱਚ ਹਾਰ ਗਿਆ ਸੀ। ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ। ਤਾਂ ਪਲਾਸੀ ਦੀ ਲੜਾਈ ਦੇ ਵਿੱਚ ਇਹ ਹਾਰਿਆ ਸੀ। 6ਵਾਂ ਕੁਐਸਚਨ ਹੈ, ਪਲਾਸੀ ਦੀ ਲੜਾਈ ਦੇ ਦੌਰਾਨ ਬ੍ਰਿਟਿਸ਼ ਗਵਰਨਰ ਕੌਣ ਸੀ? ਤਾਂ ਮੈਂ ਤੁਹਾਨੂੰ 5ਵੇਂ ਕੁਐਸਚਨ 'ਚ ਹੀ ਦੱਸਤਾ ਸੀ। ਇਹ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਰੋਬਰਟ ਕਲਾਈਵ, ਜੋ ਕਿ ਗਵਰਨਰ ਸੀ ਬ੍ਰਿਟਿਸ਼ ਫੌਜਾਂ ਦਾ। ਸੀ ਆਪਸ਼ਨ ਦੇ ਵਿੱਚ ਜੋ ਲਾਰਡ ਡਲਹੌਜੀ, ਇਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੋਇਆ, ਇਹ ਵੀ ਇੱਕ ਬ੍ਰਿਟਿਸ਼ ਗਵਰਨਰ ਹੀ ਸੀਗਾ। ਪਰ ਇਹ ਕਦੋਂ ਸੀ? ਪਿਛਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ, ਦੁਬਾਰਾ ਦੱਸ ਦਿੰਦਾ। ਬ੍ਰਿਟਿਸ਼ ਗਵਰਨਰ ਇਹ ਉਦੋਂ ਸੀ ਜਦੋਂ ਪੰਜਾਬ ਦੇ ਵਿੱਚ ਦੂਜਾ ਐਂਗਲੋ ਸਿੱਖ ਯੁੱਧ ਹੋਇਆ ਸੀ। ਉਸ ਸਮੇਂ ਲਾਰਡ ਡਲਹੌਜੀ ਬ੍ਰਿਟਿਸ਼ ਗਵਰਨਰ ਸੀ, ਅਤੇ 1849 ਤੋਂ ਬਾਅਦ ਇਹਨੇ ਪੰਜਾਬ ਨੂੰ ਆਪਣੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ। ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਬੰਗਾਲ ਦੇ ਨਵਾਬ ਅਤੇ ਬ੍ਰਿਟਿਸ਼ਾਂ ਦੇ ਵਿਚਕਾਰ ਲੜੀ ਗਈ ਪਲਾਸੀ ਦੀ ਲੜਾਈ ਦੌਰਾਨ ਬੰਗਾਲ ਦਾ ਨਵਾਬ ਕੌਣ ਸੀ? ਹੁਣ ਗੱਲ ਹੋ ਰਹੀ ਹੈ ਆਪਣੇ ਕੋਲੇ ਕਿ ਬੰਗਾਲ ਦੇ ਨਵਾਬ ਦੀ। ਤਾਂ ਬੰਗਾਲ ਦੇ ਨਵਾਬ ਦੀ ਗੱਲ ਹੋ ਰਹੀ ਹੈ ਤਾਂ ਇਹਦਾ ਉੱਤਰ ਆਊਗਾ ਸਿਰਾਜੁਦੌਲਾ। ਸਿਰਾਜੁਦੌਲਾ ਸੀ ਉਸ ਸਮੇਂ ਬੰਗਾਲ ਦਾ ਨਵਾਬ। ਤਾਂ ਇਹ 23 ਸਾਲ ਦੀ ਉਮਰ ਦੇ ਵਿੱਚ ਗੱਦੀ 'ਤੇ ਬੈਠਾ ਸੀ। 23 ਸਾਲ ਦੀ ਉਮਰ। ਇਹ ਸਾਰੇ ਪੁਆਇੰਟਸ ਤੁਸੀਂ ਨੋਟ ਕਰਦੇ ਜਾਓ ਕਿ ਕਦੋਂ ਉਹ ਗੱਦੀ 'ਤੇ ਬੈਠਾ। 23 ਸਾਲ ਦੀ ਉਮਰ ਦੇ ਵਿੱਚ ਉਹਨੇ ਬੰਗਾਲ ਦੀ ਗੱਦੀ ਹਾਸਲ ਕਰ ਲਈ ਸੀ। ਅਤੇ ਇਹਦਾ ਇੱਕ ਪ੍ਰਚਲਿਤ ਨਾਮ ਹੈ ਜਿਹੜਾ, ਉਹ ਤਾਂ ਸਿਰਾਜੁਦੌਲਾ ਹੈ, ਪਰ ਇਹਦੇ 2 ਨਾਮ ਹੋਰ ਨੇ। ਮੈਂ ਇੱਥੇ ਤੁਹਾਨੂੰ ਲਿਖ ਕੇ ਦਿੰਦਾ, ਤੁਸੀਂ ਉਹਨਾਂ ਦੋਨਾਂ ਨਾਮਾਂ ਨੂੰ ਨੋਟ ਕਰਨਾ, ਜ਼ਰੂਰੀ ਨੇ, ਬਹੁਤ ਇੰਪੋਰਟੈਂਟ ਨੇ। ਉਹ ਕਿਹੜੇ ਕਿਹੜੇ ਨੇ? ਇਹਦਾ ਪੂਰਾ ਨਾਮ ਤਾਂ ਹੈਗਾ ਮਿਰਜ਼ਾ ਮੁਹੰਮਦ। ਮਿਰਜ਼ਾ ਮੁਹੰਮਦ, ਫਿਰ ਬਾਅਦ ਵਿੱਚ ਆ ਜਾਂਦਾ ਸਿਰਾਜੁਦੌਲਾ ਅਗਲਾ ਨਾਮ। ਮਿਰਜ਼ਾ ਮੁਹੰਮਦ ਸਿਰਾਜੁਦੌਲਾ ਇਹਦਾ ਪੂਰਾ ਨਾਮ ਹੈ। ਪਰ ਇਹ ਇਸ ਤਰ੍ਹਾਂ ਦਾ ਬੰਗਾਲ ਦਾ ਨਵਾਬ ਸੀ ਕਿ ਇਹ ਹਿੰਦੁਸਤਾਨੀ ਭਾਸ਼ਾ ਨੂੰ ਠੀਕ ਢੰਗ ਨਾਲ ਨਹੀਂ ਸੀ ਬੋਲ ਸਕਦਾ। ਇਸ ਕਰਕੇ ਅੰਗਰੇਜ਼ਾਂ ਨੇ ਵੀ ਇਹਦਾ ਨਾਮ ਰੱਖਿਆ ਸੀ ਇੱਕ ਹੋਰ। ਉਹ ਨਾਮ ਸੀ ਅੰਗਰੇਜ਼ਾਂ ਦੇ ਵੱਲੋਂ ਸਰ ਰੋਜਰ ਡਾਵਲੇਟ। ਇਹ ਇਸ ਦਾ ਅੰਗਰੇਜ਼ਾਂ ਵੱਲੋਂ ਰੱਖਿਆ ਗਿਆ ਨਾਮ ਸੀ। ਤੁਹਾਨੂੰ ਯਾਦ ਕਰਨਾ ਸੌਖਾ ਹੀ ਰਹੂਗਾ ਕਿਉਂਕਿ ਇਹ ਨਾਮ ਅੰਗਰੇਜ਼ੀ ਦੇ ਵਿੱਚ ਹੈ, ਸਰ ਰੋਜਰ ਡਾਵਲੇਟ। ਇਹ ਨਾਮ ਅੰਗਰੇਜ਼ਾਂ ਨੇ ਰੱਖਿਆ ਸੀ ਸਿਰਾਜੁਦੌਲਾ ਦਾ, ਕਿਉਂਕਿ ਇਹ ਹਿੰਦੁਸਤਾਨੀ ਭਾਸ਼ਾ ਨੂੰ ਠੀਕ ਢੰਗ ਨਾਲ ਬੋਲ ਨਹੀਂ ਸੀ ਸਕਦਾ। ਪੂਰਾ ਨਾਮ ਇਹਦਾ ਮਿਰਜ਼ਾ ਮੁਹੰਮਦ ਸਿਰਾਜ ਉਦ ਦੌਲਾ। ਪ੍ਰਚਲਿਤ ਨਾਮ ਇਹਦਾ, ਜੋ ਮੈਂ ਤੁਹਾਨੂੰ ਇਹ ਆਪਸ਼ਨ ਟਿਕ ਕਰਵਾਇਆ, ਸਿਰਾਜੁਦੌਲਾ ਸੀ ਬੰਗਾਲ ਦਾ ਨਵਾਬ। ਇਹ ਆਪਸ਼ਨ। ਨੈਕਸਟ ਕੁਐਸਚਨ ਹੈ, 1757 ਵਿੱਚ ਹੋਈ ਪਲਾਸੀ ਦੀ ਲੜਾਈ ਦਾ ਸਮਾਰਕ ਕਿਸ ਰਾਜ ਵਿੱਚ ਸਥਿਤ ਹੈ? ਜੋ ਪਲਾਸੀ ਦੀ ਲੜਾਈ ਹੋਈ ਆਪਣੀ, ਉਸ ਦਾ ਜਿਹੜਾ ਸਮਾਰਕ ਹੈ ਉਹ ਕਿੱਥੇ ਸਥਿਤ ਹੈ? ਇਹ ਨਾਲ ਹੀ ਇਹਦੇ ਫੋਟੋ ਅਟੈਚ ਹੈ ਜੀ। ਪੱਛਮੀ ਬੰਗਾਲ ਦੇ ਵਿੱਚ ਉਹ ਸਥਿਤ ਹੈ ਸਮਾਰਕ ਪਲਾਸੀ ਦੀ ਲੜਾਈ ਦਾ, ਜੋ ਕਿ ਯਾਦ ਦੇ ਵਿੱਚ ਬਣਾਇਆ ਗਿਆ। ਆ ਦੇਖੋ ਤੁਸੀਂ, ਪਲਾਸੀ ਸਮਾਰਕ ਪੱਛਮੀ ਬੰਗਾਲ ਰਾਜ ਦੇ ਨਾਦੀਆ ਜ਼ਿਲ੍ਹੇ ਦੇ ਪਲਾਸੀ ਦਾ ਇੱਕ ਸਮਾਰਕ ਹੈ। ਨਾਦੀਆ ਜ਼ਿਲ੍ਹੇ ਦਾ ਪਲਾਸੀ ਹੈ, ਉੱਥੇ ਸਮਾਰਕ ਬਣਿਆ ਹੋਇਆ ਇਹ ਪਲਾਸੀ ਦੀ ਲੜਾਈ ਤੋਂ ਬਾਅਦ ਜਿਹੜਾ ਬਣਿਆ। ਹਾਂਜੀ, ਨੈਕਸਟ ਕੁਐਸਚਨ ਹੈ ਆਪਣੇ ਕੋਲ, ਬਕਸਰ ਦੀ ਲੜਾਈ ਕਦੋਂ ਲੜੀ ਗਈ? ਬਕਸਰ ਦੀ ਲੜਾਈ ਜੋ ਲੜੀ ਗਈ ਹੈ ਉਸ ਦਾ ਜਵਾਬ ਆਊਗਾ 1764 ਈਸਵੀ ਨੂੰ। ਪੂਰੀ ਡੇਟ ਹੈਗੀ ਹੈ 22-23 ਅਕਤੂਬਰ 1764 ਈਸਵੀ ਨੂੰ ਬਕਸਰ ਦੀ ਲੜਾਈ ਸ਼ੁਰੂ ਹੋਈ ਸੀ। ਕਿਸ ਦੇ ਵਿਚਕਾਰ ਹੋਈ ਸੀ ਅਤੇ ਕਿੱਥੇ ਹੋਈ ਸੀ, ਇਸ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ। ਬਕਸਰ ਦੀ ਜੋ ਲੜਾਈ ਹੋਈ ਸੀ 1764 ਨੂੰ, ਇਹ ਲੜੀ ਗਈ ਹੈ ਇੱਕ ਬਿਹਾਰ ਦੇ ਅੰਦਰ ਛੋਟਾ ਜਿਹਾ ਕਸਬਾ ਹੈ, ਛੋਟੇ ਕਿਸੇ ਵਾਲਾ ਕਸਬਾ ਹੈ ਬਿਹਾਰ ਦੇ ਅੰਦਰ, ਉਹਨੂੰ ਬਕਸਰ ਕਿਹਾ ਜਾਂਦਾ ਹੈ। ਬਕਸਰ ਕਹਿ ਲਓ ਤੁਸੀਂ, ਜਾਂ ਫਿਰ ਛੋਟੇ ਕਿਲੇ ਵਾਲਾ ਕਸਬਾ, ਕਿਲੇ ਵਾਲਾ
ਕਸਬਾ, ਛੋਟੇ ਕਿਲੇ ਵਾਲਾ ਕਸਬਾ ਜਿਸ ਦਾ ਨਾਮ ਬਕਸਰ, ਇਹ ਬਿਹਾਰ ਦੇ ਵਿੱਚ ਹੈ ਜੋ ਕਿ ਗੰਗਾ ਨਦੀ ਦੇ ਕਿਨਾਰੇ ਹੈ। ਇੱਥੇ 22-23 ਅਕਤੂਬਰ 1764 ਨੂੰ ਲੜਾਈ ਸ਼ੁਰੂ ਹੋਈ ਅਤੇ ਕਿਹਦੇ ਵਿਚਕਾਰ ਹੋਈ ਹੈ ਅਤੇ ਕਦੋਂ ਇਹ ਜੰਗ ਖਤਮ ਹੋਈ ਹੈ। ਇਹਦੇ ਵਿੱਚ ਜਿੱਤਿਆ ਕੌਣ ਸੀ? ਈਸਟ ਇੰਡੀਆ ਕੰਪਨੀ ਜਿੱਤੀ ਸੀ। ਈਸਟ ਇੰਡੀਆ ਕੰਪਨੀ ਨੇ ਇਸ ਲੜਾਈ ਦੇ ਵਿੱਚ ਜਿੱਤ ਹਾਸਲ ਕੀਤੀ। ਇੱਕ ਪਾਸੇ ਸੀਗੇ ਇਹਦੇ ਮੀਰ ਕਾਸਿਮ ਅਤੇ ਹੈਕਟਰ ਮੁਨਰੋ। ਮੀਰ ਕਾਸਿਮ, ਹੈਕਟਰ ਮੁਨਰੋ, ਮੀਰ ਕਾਸਿਮ ਹੈਕਟਰ ਮੁਨਰੋ। ਅਤੇ ਦੂਸਰੇ ਪਾਸੇ ਸੀਗੇ, ਉਹਨਾਂ ਦੇ ਨਾਮ ਵੀ ਤੁਸੀਂ ਨੋਟ ਕਰ ਲਿਓ, ਬਲਵੰਤ ਸਿੰਘ ਤੇ ਸ਼ਾਹ ਆਲਮ ਦੂਜਾ। ਇਹ ਮੁਗਲਾਂ ਵਾਲੇ ਪਾਸੇ ਸੀ। ਸ਼ਾਹ ਆਲਮ ਦੂਜਾ ਤੇ ਬਲਵੰਤ ਸਿੰਘ, ਇਹ ਮੁਗਲਾਂ ਵਾਲੇ ਪਾਸੇ ਸੀਗੇ। ਈਸਟ ਇੰਡੀਆ ਕੰਪਨੀ ਦੀ ਇਹਦੇ ਵਿੱਚ ਜਿੱਤ ਹੋਈ। ਬਕਸਰ ਦੀ ਲੜਾਈ ਤੋਂ ਬਾਅਦ ਹੀ ਇੱਕ ਸੰਧੀ ਹੋਈ, ਉਹ ਆਪਾਂ ਅਗਲੇ ਕੁਐਸਚਨਸ ਦੇ ਵਿੱਚ ਦੇਖਾਂਗੇ। ਫਿਲਹਾਲ ਤੁਸੀਂ ਆਹ ਨਾਮ ਯਾਦ ਰੱਖ ਲਿਓ। 10ਵਾਂ ਕੁਐਸਚਨ ਹੈ ਜੀ, ਬਕਸਰ ਕਿਸ ਰਾਜ ਵਿੱਚ ਹੈ? ਬਕਸਰ ਇਕੁਅਲ ਟੂ ਬਿਹਾਰ, ਬਿਹਾਰ ਰਾਜ ਵਿੱਚ ਸਥਿਤ ਹੈ। ਪਹਿਲਾ ਅੱਖਰ ਦੋਨਾਂ ਦਾ ਇੱਕੋ ਹੀ ਹੈ ਜੀ, ਤਾਂ ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜਾਊਗਾ। ਬਕਸਰ ਬਿਹਾਰ ਰਾਜ ਦੇ ਵਿੱਚ ਹੈ। ਨੈਕਸਟ ਕੁਐਸਚਨ ਹੈ, ਬਕਸਰ ਦੀ ਲੜਾਈ ਵਿੱਚ ਬ੍ਰਿਟਿਸ਼ ਫੌਜ ਦਾ ਲੀਡਰ ਕੌਣ ਸੀ? ਹੈਕਟਰ ਮੁਨਰੋ। ਮੈਂ ਤੁਹਾਨੂੰ 9ਵੇਂ ਕੁਐਸਚਨ 'ਚ ਦੱਸ ਕੇ ਹਟਿਆ, ਦੁਬਾਰਾ ਚਾਹੇ ਚੈੱਕ ਕਰ ਲਿਓ। ਹੈਕਟਰ ਮੁਨਰੋ ਬ੍ਰਿਟਿਸ਼ ਫੌਜ ਦਾ ਲੀਡਰ ਸੀ। ਨੈਕਸਟ ਕੁਐਸਚਨ ਹੈ, ਬਕਸਰ ਦੀ ਲੜਾਈ ਤੋਂ ਬਾਅਦ ਬ੍ਰਿਟਿਸ਼ਾਂ ਅਤੇ ਮੁਗਲ ਰਾਜਿਆਂ ਵਿਚਕਾਰ ਕਿਹੜੀ ਸੰਧੀ ਹੋਈ ਸੀ? ਬਕਸਰ ਦੀ ਲੜਾਈ ਖਤਮ ਕਦੋਂ ਹੋਈ ਹੈ? 1765 ਨੂੰ। ਉਦੋਂ ਹੀ ਸੰਧੀ ਹੋਈ ਹੈ ਜਦੋਂ ਲੜਾਈ ਖਤਮ ਹੋਈ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਸੰਧੀ ਦਾ ਨਾਮ ਪਹਿਲਾਂ ਯਾਦ ਰੱਖੋਗੇ, ਇਲਾਹਾਬਾਦ ਦੀ ਸੰਧੀ ਹੋਈ ਹੈ ਬਕਸਰ ਦੀ ਲੜਾਈ ਤੋਂ ਬਾਅਦ। ਇਹ ਕਦੋਂ ਹੋਈ ਹੈ? ਇਹਦੀ ਪੂਰੀ ਡੇਟ ਹੈਗੀ ਹੈ 16 ਅਗਸਤ 1765 ਨੂੰ ਬਕਸਰ ਦੀ ਲੜਾਈ ਖਤਮ ਹੋਈ। ਨਾਲ ਦੀ ਨਾਲ ਹੀ ਸੰਧੀ ਹੋਈ 16 ਅਗਸਤ 1765 ਈਸਵੀ ਨੂੰ। ਨੈਕਸਟ ਕੁਐਸਚਨ ਹੈ ਜੀ, ਇਲਾਹਾਬਾਦ ਦੀ ਸੰਧੀ ਕਦੋਂ ਹੋਈ? ਜਵਾਬ ਇਹਦਾ ਹੋਊਗਾ 1765 ਈਸਵੀ। ਨੈਕਸਟ ਕੁਐਸਚਨ ਹੈ, ਇਲਾਹਾਬਾਦ ਦੀ ਸੰਧੀ ਬ੍ਰਿਟਿਸ਼ਾਂ ਨਾਲ ਕਿਸ ਮੁਗਲ ਸ਼ਾਸਕ ਨੇ ਕੀਤੀ ਸੀ? ਤਾਂ ਇਲਾਹਾਬਾਦ ਦੀ ਸੰਧੀ ਦੇ ਵਿੱਚ ਹਮੇਸ਼ਾ ਆਪਾਂ ਨੂੰ ਪਤਾ ਜਦੋਂ ਸੰਧੀ ਹੁੰਦੀ ਹੈ ਉਹ ਦੋ ਜਣਿਆਂ ਦੇ ਵਿਚਕਾਰ ਹੁੰਦੀ ਹੈ। ਬ੍ਰਿਟਿਸ਼ਾਂ ਅਤੇ ਮੁਗਲ ਸ਼ਾਸਕਾਂ ਦੇ ਵਿਚਕਾਰ ਹੋਈ ਹੈ। ਇੱਕ ਪਾਸੇ ਤਾਂ ਹੈਕਟਰ ਮੁਨਰੋ ਸੀ, ਦੂਸਰੇ ਪਾਸੇ ਇਸ ਦੇ ਵਿੱਚ ਕੌਣ ਸੀ? ਮੁਗਲ ਸ਼ਾਸਕ, ਉਹ ਸੀ ਸ਼ਾਹ ਆਲਮ ਦੂਜਾ। ਇਸ ਦਾ ਰਾਈਟ ਆਨਸਰ ਹੈ ਸ਼ਾਹ ਆਲਮ ਦੂਜਾ। ਨੈਕਸਟ ਕੁਐਸਚਨ ਹੈ ਜੀ, ਕਿਸ ਸੰਧੀ ਦੌਰਾਨ ਮੁਗਲ ਸ਼ਾਸਕ ਸ਼ਾਹ ਆਲਮ ਦੂਜਾ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦੀਵਾਨੀ ਅਧਿਕਾਰ ਬ੍ਰਿਟਿਸ਼ਾਂ ਨੂੰ ਦੇ ਦਿੱਤੇ ਸੀ? ਤਾਂ ਇਹੀ ਹੈ ਜੀ, ਇਲਾਹਾਬਾਦ ਦੀ ਸੰਧੀ ਤੋਂ ਬਾਅਦ ਸ਼ਾਹ ਆਲਮ ਦੂਜਾ ਨੇ ਅਧਿਕਾਰ ਦਿੱਤੇ ਸੀ, ਕਿਉਂਕਿ ਸ਼ਾਹ ਆਲਮ ਦੂਜਾ ਅੰਗਰੇਜ਼ਾਂ ਦੇ ਨਾਲ ਮਿਲਿਆ ਸੀਗਾ ਅਤੇ ਉਹਦੇ ਬਦਲੇ ਦੇ ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦੀਵਾਨੀ ਅਧਿਕਾਰ ਬ੍ਰਿਟਿਸ਼ਾਂ ਨੂੰ ਦਿੱਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਟੀਪੂ ਸੁਲਤਾਨ ਕਿੱਥੋਂ ਦਾ ਰਾਜਾ ਸੀ? ਤਾਂ ਮੈਂ ਤੁਹਾਨੂੰ ਟੀਪੂ ਸੁਲਤਾਨ ਦੇ ਬਾਰੇ ਵੀ ਦੱਸੂਗਾ ਡਿਟੇਲ ਦੇ ਵਿੱਚ। ਟੀਪੂ ਸੁਲਤਾਨ ਮੈਸੂਰ ਦਾ ਰਾਜਾ ਸੀ। ਇਹਨੇ ਟੋਟਲ 17 ਸਾਲ ਮੈਸੂਰ ਦੇ ਉੱਤੇ ਰਾਜ ਕੀਤਾ। ਇਹਨੂੰ ਮੈਸੂਰ ਦਾ ਟਾਈਗਰ, ਮੈਸੂਰ ਦਾ ਚੀਤਾ ਵੀ ਕਿਹਾ ਜਾਂਦਾ। ਟੀਪੂ ਸੁਲਤਾਨ ਨੂੰ 17 ਸਾਲ ਰਾਜ ਕੀਤਾ ਇਹਨੇ ਮੈਸੂਰ 'ਤੇ। ਨੋਟ ਕਰ ਲਓ ਕਿਹੜੇ ਕਿਹੜੇ ਆ। 17 ਸਾਲ 1782 ਤੋਂ ਲੈ ਕੇ 1799 ਦੇ ਵਿੱਚ ਇਹਨੇ ਰਾਜ ਕੀਤਾ ਹੈ।
टीपू सुल्तान दे पिता का की नाम सी? ये भी इंपोर्टेंट क्वेश्चन है, वेरी वेरी इंपोर्टेंट। पिता जी का नाम सी ये हैदर अली। मैं दोनों का नाम तुहानूं लिख देना, कई बार दोनों नाम पुछ लैंदे ने, पिता का ते माता का। पिता का नाम है हैदर अली, इन्हां दी माता का नाम है फ़खर अल निशा। फ़खर अल निशा, यह इन्हां दे माता का नाम। टीपू सुल्तान दे माता का नाम फ़खर अल निशा, पिता हैदर अली। नैक्सट क्वेश्चन है, टाइगर ऑफ मैसूर किस नूं कहा जाता है? टाइगर ऑफ मैसूर टीपू सुल्तान नूं। नैक्सट क्वेश्चन, टीपू सुल्तान का जन्म कदों होया सी? जन्म के बारे 1750 ईस्वी नूं। पूरी डेट हैगी है इहदी 20 नवंबर 20 नवंबर सन 1750 ईस्वी नूं टीपू सुल्तान का जन्म होया सी। नैक्सट क्वेश्चन है जी, टीपू सुल्तान की मौत कदों हुई? 1782 तो लैके इहदा 1799 तक का जिहड़ा राज सी 17 साल का, तो 1799 आखिरी साल जिहड़ा इहदे राज दा सी, बस उस साल ही इहदी मौत हुई है 1799 ईस्वी नूं। 1799 डी ऑप्शन इसका जवाब है। पूरी डेट हैगी है 4 मई 1799 ईस्वी नूं टीपू सुल्तान की मौत हुंदी है। अज दी ये वीडियो तुहानूं किवें लगी? किसी भी तरह की क्वैरी के लिए, कोई भी सुझाव देने के लिए मैनूं कमेंट सैक्शन दे विच कमेंट्स करके तुसीं मैनूं जरूर दसो। अपने पेज नूं तुसीं लाइक ते सबसक्राइब का बटन जरूर दबाओ तां जो ये वीडियो मैक्सीमम तो मैक्सीमम लोगों तक पहुँच सके। पंजाब दे किसी भी तरह के सारे एग्जामां की तैयारी इत्थे बहुत ही वधिया तरीके दे नाल करवाई जाती है। टैलीग्राम चैनल भी डिस्क्रिप्शन दे विच उसका लिंक दिता होया है, तुसीं उस नूं भी सबसक्राइब करो। धन्नवाद।